सब्सक्राइब करें नेशनल बस और साथ ही दबाएं बेल आइकन। ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਸੰਦੀਪ ਜੀ ਨੇ ਬ੍ਰੈਂਟਨ ਇਮੀਗ੍ਰੇਸ਼ਨ ਕੰਸਲਟੈਂਸੀ ਤੋਂ। ਅੱਜ ਇਹਨਾਂ ਨਾਲ ਗੱਲ ਕਰਾਂਗੇ ਮੈਰਿਜ ਫਰਾਡ ਦੇ ਉੱਪਰ, ਜਿਹੜਾ ਕਿ ਬਹੁਤ ਵੱਡਾ ਇੱਕ ਮਸਲਾ ਬਣ ਗਿਆ ਪੰਜਾਬ ਦੇ ਵਿੱਚ। ਬਹੁਤ ਸਾਰੀਆਂ ਕੁੜੀਆਂ ਨੇ ਵਿਆਹ ਕਰਾਇਆ ਔਰ ਹਸਬੈਂਡ ਉਹਨਾਂ ਦੇ ਜਿਹੜੇ ਸੀਗੇ ਉਹਨਾਂ ਨੇ ਉਹਨਾਂ ਤੇ ਪੈਸੇ ਲਾਏ, ਉਹਨਾਂ ਵਾਸਤੇ ਇਨਵੈਸਟਮੈਂਟ ਕੀਤੀ, ਕਿਸੇ ਦੇ 25 ਲੱਖ, ਕਿਸੇ ਨੇ 50 ਲੱਖ, ਔਰ ਉੱਥੇ ਜਾ ਕੇ ਉਹਨਾਂ ਨੇ ਆਪਣਾ ਰਿਸ਼ਤਾ ਤੋੜ ਲਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਨਹੀਂ ਬੁਲਾਇਆ। ਸੰਦੀਪ ਜੀ, ਇਹ ਬਹੁਤ ਵੱਡਾ ਇੱਕ ਪੰਜਾਬ ਦੇ ਵਿੱਚ ਇਸ ਵੇਲੇ ਮਸਲਾ ਬਣ ਗਿਆ। ਲੜਕੀਆਂ ਨੇ ਵਿਆਹ ਕਰਾਇਆ ਇੱਥੋਂ ਔਰ ਉੱਥੇ ਚਲੀਆਂ ਗਈਆਂ ਨੇ। ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਉਹਨਾਂ ਦੇ ਹਸਬੈਂਡ ਸੀਗੇ ਉਹਨਾਂ ਨਾਲ ਉਹਨਾਂ ਦੀ ਡੀਲ ਕਹਿ ਲਈਏ ਅਸੀਂ, ਇੱਕ ਮੈਰਿਜ ਆਫ ਕਨਵੀਨੀਅੰਸ ਸੀਗੀ ਕਿ ਉਹ ਪੈਸਾ ਲਾਣਗੇ ਤੇ ਉਹ ਉੱਥੇ ਕੈਨੇਡਾ ਜਾਣਗੀਆਂ ਤੇ ਫਿਰ ਇਹਨਾਂ ਨੂੰ ਉੱਥੇ ਬੁਲਾਣਗੀਆਂ ਐਜ਼ ਸਪਾਊਸ। ਤੇ ਉਹ ਬਹੁਤ ਵੱਡਾ ਇੱਕ ਮਸਲਾ ਬਣ ਗਿਆ। ਤੇ ਹੁਣ ਕੈਨੇਡਾ ਸਰਕਾਰ ਇਸ ਮੁੱਦੇ ਤੇ ਕੀ ਐਕਸ਼ਨ ਲੈਣ ਜਾ ਰਹੀ ਹੈ, ਕੀ ਲਾਜ਼ ਨੇ ਕੈਨੇਡਾ ਸਰਕਾਰ ਦੇ, ਉਹ ਸਾਡੇ ਦਰਸ਼ਕਾਂ ਨੂੰ ਦੱਸੋ। बहुत ज़्यादा इमोशनल इशू हैगा है वाला, और इस दे विच पर ਇਹਦੇ ਜਿਹੜੇ ਤੱਥ ਨੇ ਤੇ ਇਹਨੂੰ ਵਿਚਾਰਨ ਦਾ ਜਿਹੜਾ ਢੰਗ ਆ ਉਹ ਇਮੋਸ਼ਨਲੀ ਨਹੀਂ ਸੋਚਿਆ ਜਾ ਸਕਦਾ। ਬਾਈ ਲਾਜ਼ ਕੀ ਨੇ, ਲਾਅ ਕੀ ਕਹਿੰਦਾ ਹੈ ਤੇ ਉਹ ਮੈਟਰ ਕਰਦਾ ਹੈ। ਆਫ ਕੋਰਸ ਇਸ ਇਸ਼ੂ ਦੇ ਵਿੱਚ ਇੱਕ ਇੰਡੀਵਿਜੂਅਲ ਦੀ ਜਾਨ ਗਈ ਹੈਗੀ ਆ, ਸੋ ਸਾਡੀ ਹਮਦਰਦੀ ਆ ਉਸ ਪਰਿਵਾਰ ਦੇ ਨਾਲ। ਤੇ ਇੱਕ ਗੱਲ ਤਾਂ ਕਲੀਅਰ ਆ ਕਿ ਜਿਨ੍ਹਾਂ ਦਾ ਬੱਚਾ ਗਿਆ ਆ ਉਹ ਕੋਈ ਵੀ ਦੂਰ ਨਹੀਂ ਕਰ ਸਕਦਾ। ਹੋਰ ਮੈਜੋਰਿਟੀ ਲੋਕ ਉਹਨਾਂ ਦੀ ਸਪੋਰਟ ਇਸ ਲਈ ਕਰ ਰਹੇ ਨੇ ਕਿਉਂਕਿ ਉਹ ਇਮੋਸ਼ਨਲੀ ਇਸ ਮੁੱਦੇ ਨੂੰ ਦੇਖ ਰਹੇ ਨੇ। ਹੁਣ ਇਸ ਦੇ ਉੱਤੇ ਲੀਗਲ ਪਰਸਪੈਕਟਿਵਸ ਕਿਹੜੇ ਨੇ। ਉਸ ਇੰਡੀਵਿਜੂਅਲ ਦੇ ਕੇਸ ਦੇ ਵਿੱਚ ਹੋ ਸਕਦਾ ਹੈ ਕਿ ਮੈਰਿਜ ਆਫ ਕਨਵੀਨੀਅੰਸ ਨਾ ਹੋਵੇ, ਹੋ ਸਕਦਾ ਮੈਰਿਜ ਆਫ ਕਨਵੀਨੀਅੰਸ ਹੋਵੇ। ਸਾਡੇ ਕੋਲੇ ਤੱਥ ਨਹੀਂ ਨੇ। ਆਪਾਂ ਬੇਸਿਕਲੀ ਇੱਕ ਰੈਂਡਮ ਗਰਾਊਂਡ ਜਿਹਾ ਬਣਾ ਕੇ ਇਹਦੇ ਉੱਤੇ ਗੱਲ ਕਰ ਰਹੇ ਹੈਗੇ ਆ, ਕਿਸੇ ਵੀ ਕੇਸ ਨੂੰ ਬੇਸ ਬਣਾ ਕੇ ਇਸ ਦੇ ਉੱਤੇ ਗੱਲ ਨਹੀਂ ਕਰ ਰਹੇ ਹੈਗੇ। ਇਸ ਪੂਰੇ ਮੁੱਦੇ ਦੇ ਉੱਤੇ ਇੱਕ ਟਰਮ ਜਿਹੜੀ ਹੈਗੀ ਆ ਡੈਪੂਟੇਸ਼ਨ ਨੂੰ ਬਹੁਤ ਜ਼ਿਆਦਾ ਯੂਜ਼ ਕੀਤਾ ਜਾ ਰਿਹਾ, ਇੱਕ ਟਰਮ ਸਪਾਂਸਰ ਨੂੰ ਬਹੁਤ ਜ਼ਿਆਦਾ ਯੂਜ਼ ਕੀਤਾ ਜਾ ਰਿਹਾ। ਮੈਰਿਜ ਆਫ ਕਨਵੀਨੀਅੰਸ ਟਰਮੀਨੋਲੋਜੀ ਨੂੰ ਕਾਫੀ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ ਆ। ਤੇ ਉਹਦੇ ਨਾਲ ਹੀ ਜਦੋਂ ਮੈਰਿਜ ਆਫ ਕਨਵੀਨੀਅੰਸ ਆ ਜਾਂਦੀ ਹੈ ਉਹਦੇ ਨਾਲ ਹੀ ਮਿਸਰੈਪ੍ਰੈਜ਼ੈਂਟੇਸ਼ਨ ਵੀ ਆਪਣੇ ਆਪ ਜੁੜ ਜਾਂਦਾ ਆ। ਸੋ ਮਿਸਰੈਪ੍ਰੈਜ਼ੈਂਟੇਸ਼ਨ ਹੋ ਜਾਵੇ, ਉਹਨੂੰ ਅਸੀਂ ਮੈਰਿਜ ਆਫ ਕਨਵੀਨੀਅੰਸ ਨਾਲ ਵੀ ਅਗਰ ਜੋੜਨਾ ਹੋਵੇ ਤਾਂ ਧਾਰਾ 40 ਦੇ ਅਧੀਨ ਇਹ ਸਾਰਾ ਮੁੱਦਾ ਪੈ ਸਕਦਾ ਹੈ। ਹੋਰ ਵੀ ਕਈ ਧਾਰਾਵਾਂ ਨੇ, ਇਨਐਡਮਿਸਿਬਿਲਿਟੀ ਦੀਆਂ ਧਾਰਾਵਾਂ ਵੀ ਇਸ 'ਚ ਜਾ ਸਕਦੀਆਂ ਨੇ, ਫਰਾਡ ਦੀਆਂ ਧਾਰਾਵਾਂ ਇਸ 'ਚ ਜਾ ਸਕਦੀਆਂ ਨੇ। ਡੈਪੂਟੇਸ਼ਨ ਕੀ ਚੀਜ਼ ਆ? ਡੈਪੂਟੇਸ਼ਨ ਨੂੰ ਆਪਾਂ ਬਹੁਤ ਜ਼ਿਆਦਾ ਇੱਕ ਰੈਂਡਮ ਤੌਰ ਦੇ ਉੱਤੇ ਲਫ਼ਜ਼ ਵਰਤ ਲੈਂਦੇ ਆ। ਸੋ ਡੈਪੂਟੇਸ਼ਨ ਦੇ 3 ਹਿੱਸਿਆਂ 'ਚ ਨੇ। ਰਿਮੂਵਲ ਆਰਡਰ ਹੁੰਦਾ ਆ। ਰਿਮੂਵਲ ਆਰਡਰ ਮਤਲਬ ਹੈ ਕਿ ਤੁਹਾਨੂੰ ਕਿਹਾ ਜਾਂਦਾ ਹੈ ਕਿ ਇਸ ਧਰਤੀ ਤੋਂ ਤੁਸੀਂ ਜਾਓ। ਡੈਪੂਟੇਸ਼ਨ ਹੁੰਦਾ ਹੈ ਕਿ ਤੁਹਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਜਾਓ ਤੇ ਵਾਪਸ ਨਹੀਂ ਆ ਸਕਦੇ। ਠੀਕ ਹੈ। ਇੱਕ ਤਰੀਕੇ ਦਾ ਪਰਮਾਨੈਂਟਲੀ ਬੈਨ ਕਹਿ ਲਓ, ਦੇਸ਼ ਨਿਕਾਲਾ ਕਹਿ ਦਿਓ। ਠੀਕ ਹੈ। ਸੋ ਡੈਪੂਟੇਸ਼ਨ ਦੇ ਵਿੱਚ ਕੀ ਇਸ ਤਰੀਕੇ ਨਾਲ ਜਿਵੇਂ ਮੀਡੀਆ ਦੇ ਵਿੱਚ ਆ ਰਿਹਾ ਹੈ ਕਿ 4 ਦਿਨਾਂ 'ਚ 5 ਦਿਨਾਂ 'ਚ ਰਿਪੋਰਟ ਹੋ ਜਾਣਗੇ, ਕਿ ਇਜ਼ ਦੈਟ ਟਰੂ? ਬਿਲਕੁਲ ਨਹੀਂ ਸੱਚ ਹੈਗਾ, ਬਿਲਕੁਲ ਪੋਸੀਬਲ ਹੀ ਨਹੀਂ ਹੈ। ਤੁਹਾਨੂੰ ਇਹ ਗੱਲ ਮੰਨਣੀ ਪਏਗੀ। ਔਰ ਮੇਰਾ ਖਿਆਲ ਆ ਕਿ ਇੰਡੀਅਨ ਲਾਅ ਵੀ ਸ਼ਾਇਦ ਉੱਥੇ ਇੱਕ ਖੜਾ ਆ। ਕੈਨੇਡੀਅਨ ਲਾਅ ਇਹ ਗੱਲ ਬਹੁਤ ਕਲੀਅਰਲੀ ਕਹਿੰਦਾ ਆ ਕਿ 1000 ਗੁਨਾਹਗਾਰ ਮਾਫ ਕੀਤੇ ਜਾ ਸਕਦੇ ਨੇ, ਇੱਕ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਬਿਲਕੁਲ। ਕੈਨੇਡਾ ਦਾ ਲਾਅ ਪ੍ਰੋਸੀਜਰਲ ਫੇਅਰਨੈਸ ਦਿੰਦਾ ਆ। ਪ੍ਰੋਸੀਜਰਲ ਫੇਅਰਨੈਸ ਦਾ ਭਾਵ ਕਿ ਕਿਸੇ ਬੰਦੇ ਨੇ ਅਗਰ ਕਤਲ ਵੀ ਕੀਤਾ ਆ ਤਾਂ ਉਹਨੂੰ ਆਪਣੀ ਸਾਈਡ ਦੀ ਸਟੋਰੀ ਦੱਸਣ ਦਾ ਪੂਰਾ ਅਧਿਕਾਰ ਹੈ। ਰਾਈਟ। ਸੋ ਡੈਪੂਟੇਸ਼ਨ 'ਚ ਵੀ ਸੇਮ ਚੀਜ਼ ਆ। ਡੈਪੂਟੇਸ਼ਨ ਕੀ ਆ? ਮੰਨ ਲਓ ਕਿ ਆਪਾਂ ਇਹਨਾਂ ਕੇਸਿਸ ਦੇ ਆਧਾਰ ਦੇ ਉੱਤੇ ਡੈਪੂਟੇਸ਼ਨ ਦੀ ਗੱਲ ਕਰੀਏ। ਪਹਿਲੀ ਗੱਲ ਕਿ ਐਕਟ ਆਫ ਕ੍ਰਾਈਮ ਵਾਸ ਡਨ ਆਊਟਸਾਈਡ ਕੈਨੇਡਾ। ਰਾਈਟ। ਅਗਰ ਕ੍ਰਾਈਮ ਹੋਇਆ ਕੋਈ। ਸੋ ਅਗਰ ਐਕਟ ਆਫ ਕ੍ਰਾਈਮ ਵਾਸ ਡਨ ਆਊਟਸਾਈਡ ਕੈਨੇਡਾ, ਦੈਟ ਮੀਨਸ ਕਿ ਜਿੱਥੇ ਕ੍ਰਾਈਮ ਹੋਇਆ ਉੱਥੇ ਉਹਦੀ ਇਨਵੈਸਟੀਗੇਸ਼ਨ ਹੋਏਗੀ। ਉੱਥੇ ਉਹਦੀ FIR ਹੋਏਗੀ, ਉੱਥੇ ਉਹਦੀ ਕੀ ਨਾਮ ਹੈ ਪੂਰੀ ਤਹਿਕੀਕਾਤ ਚਲੇਗੀ। ਮੰਨ ਲਓ FIR ਦਰਜ ਹੋ ਗਈ ਆ, ਮੰਨ ਲਓ ਇਨਵੈਸਟੀਗੇਸ਼ਨ ਦੌਰਾਨ ਇਹ ਮੰਨਿਆ ਜਾ ਰਿਹਾ ਕਿ ਜਿਹੜਾ ਬੰਦਾ ਅਕਿਊਜ਼ਡ ਆ, ਜਿਸ ਬੰਦੇ ਦੇ ਉੱਤੇ ਇਲਜ਼ਾਮ ਆ,
ਉਹ ਬੰਦਾ ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਆ, ਕੈਨੇਡਾ ਦੀ ਧਰਤੀ ਤੇ ਆ। ਸੋ ਉਸ ਦੇ ਵਿੱਚ ਕੈਨੇਡਾ ਹਿੰਦੁਸਤਾਨ ਦੀ ਸਰਕਾਰ ਕੈਨੇਡਾ ਦੀ ਸਰਕਾਰ ਨੂੰ ਅਪਰੋਚ ਕਰੇਗੀ ਕਿ ਇੱਕ ਭਗੌੜਾ ਬੰਦਾ ਤੁਹਾਡੇ ਦੇਸ਼ ਦਾ ਵਿੱਚ ਆ ਕੇ ਰਹਿ ਰਿਹਾ ਹੈ, ਭਾਵੇਂ ਟੈਂਪਰੇਰੀ ਪਰਮਿਟ ਆ ਜਾਂ ਕੋਈ ਵੀ ਪਰਮਿਟ ਦੇ ਆਧਾਰ ਤੇ ਨੇ ਜੀ, ਤੇ ਐਵੀਡੈਂਸਸ ਕੈਨੇਡਾ ਦੀ ਸਰਕਾਰ ਨੂੰ ਭੇਜੇ ਜਾਣਗੇ। ਠੀਕ ਹੈ ਜੀ। ਕੈਨੇਡਾ ਦੀ ਸਰਕਾਰ ਦੀ ਜਿਹੜੀ ਸਿਕਿਉਰਿਟੀ ਏਜੰਸੀ ਹੈ, ਜਿਹਨੂੰ CBSA ਕਿਹਾ ਜਾਂਦਾ ਹੈ, ਕੈਨੇਡੀਅਨ ਬਾਰਡਰ ਸਿਕਿਉਰਿਟੀ ਏਜੰਸੀ, ਉਹ ਉਸ ਇਨਸਾਨ ਤੱਕ ਪਹੁੰਚ ਕਰੇਗੀ। ਪਹੁੰਚ ਕਰਨ ਤੋਂ ਬਾਅਦ ਚੋਂ ਉਹਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਚੋਂ ਉਹਦੇ ਤੱਥ ਘੋਖਣ ਤੋਂ ਬਾਅਦ ਚੋਂ ਉਹ ਟ੍ਰਿਬਿਊਨਲ 'ਚ ਆਏਗੀ। ਠੀਕ ਹੈ। ਰਿਮੂਵਲ ਆਰਡਰ ਲਈ ਕਿ ਇਸ ਬੰਦੇ ਨੂੰ ਇੱਥੋਂ ਦੀ ਕੱਢਿਆ ਜਾਵੇ। ਠੀਕ ਹੈ। ਇਹ ਉਹਨਾਂ ਦਾ ਅਧਿਕਾਰ ਆ। ਹੁਣ ਅਗਲਾ ਅਧਿਕਾਰ ਉਸ ਅਕਿਊਜ਼ਡ ਬੰਦੇ ਦਾ ਹੁੰਦਾ ਹੈ ਕਿ ਉਹ ਟ੍ਰਿਬਿਊਨਲ ਦੇ ਵਿੱਚ ਇਸ ਸੈਂਟੀਮੈਂਟ ਦੇ ਅਗੇਂਸਟ ਫਾਈਟ ਕਰ ਸਕਦਾ ਆ। ਫਾਈਟ ਹੀ ਨਹੀਂ ਕਰ ਸਕਦਾ, ਮੰਨ ਲਓ ਫਾਈਟ ਹਾਰ ਜਾਵੇ ਤਾਂ ਅਪੀਲ ਵੀ ਕਰ ਸਕਦਾ ਹੈ। ਮੰਨ ਲਓ ਅਪੀਲ ਵੀ ਹਾਰ ਜਾਵੇ ਤਾਂ ਫੈਡਰਲ ਕੋਰਟ 'ਚ ਜਾ ਸਕਦਾ ਹੈ। ਮੰਨ ਲਓ ਫੈਡਰਲ ਕੋਰਟ ਵੀ ਹਾਰ ਜੇ, ਫਿਰ ਵੀ ਫੈਡਰਲ ਕੋਰਟ 'ਚ ਅਪੀਲ ਕੀਤੀ ਜਾ। ਸੋ ਏਦਾਂ ਨਹੀਂ ਹੈ ਕਿ ਇਹ ਦਿਨਾਂ ਦਾ ਮੁੱਦਾ ਆ, ਪਰ ਏਦਾਂ ਨਹੀਂ ਹੈ ਕਿ ਡੈਪੂਟੇਸ਼ਨ ਹੋ ਨਹੀਂ ਸਕਦੀ। ਠੀਕ ਹੈ। So the point is ਕਿ ਡੈਪੂਟੇਸ਼ਨ ਹੋ ਸਕਦੀ ਹੈ, ਬਟ ਇਟ ਇਜ਼ ਅ ਟਾਈਮਲੀ ਪ੍ਰੋਸੈਸ। ਏਦਾਂ ਮਿੰਟਾਂ ਦਾ, ਸਕਿੰਟਾਂ ਦਾ, ਦਿਨਾਂ ਦਾ ਖੇਡ ਨਹੀਂ ਹੈ। ਦੈਟਸ ਵਨ। ਸੈਕੰਡਲੀ, ਕੁਝ ਬੰਦੇ ਇਹ ਦੇਖਣ ਨੂੰ ਮਿਲੇ ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਇਹ ਗੱਲ ਕਹਿੰਦੇ ਆ ਕਿ ਅਸੀਂ ਡੈਪੂਟੇਸ਼ਨ ਦੀ ਮੰਗ ਕਰਾਂਗੇ। State has no authority on this. The authority is the country itself. ਜੀ। ਔਰ ਜਿਹੜਾ ਸਪੈਸ਼ਲੀ ਅਗਰ ਅਸੀਂ ਇੰਡੀਅਨ ਲਾਅ ਦੀ ਗੱਲ ਕਰੀਏ ਤਾਂ ਫੋਰਨ ਅਫੇਅਰਸ ਦੇ ਵਿੱਚ ਸਟੇਟਸ ਦੇ ਕੋਲ ਅਧਿਕਾਰ ਹੀ ਨਹੀਂ ਹੈਗਾ ਆ। ਬਿਲਕੁਲ। ਪਹਿਲਾਂ ਪੰਜਾਬ ਜੇ ਪੰਜਾਬ ਸਰਕਾਰ ਕੋਈ FIR ਦਰਜ ਕਰਦੀ ਹੈ ਤੇ ਕਿਸੇ ਬੰਦੇ ਨੂੰ ਡਿਪੋਰਟ ਕਰਾਣਾ ਹੈ ਤੇ ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਰਿਕੁਐਸਟ ਭੇਜੇਗੀ ਔਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਅੱਗੇ ਕੈਨੇਡੀਅਨ ਗਵਰਨਮੈਂਟ ਨੂੰ ਰਿਕੁਐਸਟ ਭੇਜੇਗੀ। ਸਭ ਤੋਂ ਪਹਿਲਾਂ ਤਾਂ ਸੰਦੀਪ ਜੀ ਇੱਥੇ ਜਿਹੜਾ ਭਰਮ ਫੈਲਾਇਆ ਜਾ ਰਿਹਾ ਹੈ ਕਿ ਜੀ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਹੈ ਵੀ ਦਿਨਾਂ 'ਚ ਹੀ ਵਾਪਸ ਆ ਜਾਣਗੇ, ਉਹ ਦਿਨਾਂ 'ਚ ਵਾਪਸ ਨਹੀਂ ਆ ਸਕਦੇ। ਇਹ ਬਹੁਤ ਵੱਡੀ ਗੱਲ ਕਲੀਅਰ ਕਰਨ ਵਾਲੀ ਹੈ ਸਾਰੇ ਦਰਸ਼ਕਾਂ ਨੂੰ ਕਿ ਜਿਹੜਾ ਇੱਥੇ ਪਹਿਲਾਂ ਤਾਂ ਇੱਥੇ FIR ਹੋਏਗੀ, ਫਿਰ ਦੋਨਾਂ ਪੱਖਾਂ ਦੀ ਇੱਥੇ ਇਨਵੈਸਟੀਗੇਸ਼ਨ ਹੋਏਗੀ ਔਰ ਉਸ ਤੋਂ ਬਾਅਦ ਜੇ ਉਹ ਕ੍ਰਾਈਮ ਪਾਇਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਆਫ ਇੰਡੀਆ ਨੂੰ ਲਿਖੇਗੀ। ਉਹ ਬਹੁਤ ਲੰਬਾ ਇੱਕ ਪ੍ਰੋਸੀਜਰ ਹੈ, ਦਿਨਾਂ ਦਾ ਪ੍ਰੋਸੀਜਰ ਨਹੀਂ ਹੈ। ਤੇ ਤੁਸੀਂ ਹਾਂਜੀ ਪੂਰੇ ਪ੍ਰੋਸੈਸ ਦੇ ਵਿੱਚ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕਿਸੇ ਨੇ ਕੋਈ ਗੁਨਾਹ ਕਰਤਾ ਆ ਤੇ ਉਹ ਸੇਫ ਹੋ ਗਿਆ ਆ। ਜੀ। ਜਿਹੜਾ ਵੀ ਬੱਚਾ ਆ ਜਾਂ ਬੱਚੀ ਆ ਜਿਹੜਾ ਕੈਨੇਡਾ 'ਚ ਆਇਆ ਤੇ ਪਿੱਛੇ ਦੀ FIRs ਵਗੈਰਾ ਦਰਜ ਹੋ ਰਹੀਆਂ ਨੇ, ਸਾਰਾ ਕੁਝ ਹੋ ਰਿਹਾ ਆ, ਤੇ ਕੀ ਉਹਦੇ ਲਈ ਜਰਨੀ ਟੂ ਪਰਮਨੈਂਟ ਰੈਜ਼ੀਡੈਂਸੀ ਬਹੁਤ ਸਮੂਥ ਆ? ਬਿਲਕੁਲ ਵੀ ਨਹੀਂ ਹੈਗੀ। ਠੀਕ ਹੈ ਜੀ। ਇੰਡੀਵਿਜੂਅਲ ਜਿਹੜਾ ਇਨਐਡਮਿਸਿਬਲ ਆ ਬੇਸਡ ਔਨ ਕ੍ਰਿਮੀਨੈਲਿਟੀ, ਕਿਉਂਕਿ ਆਪਾਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਕ੍ਰਿਮੀਨਲ ਆਫੈਂਸ ਆ। I mean ਇਹ ਸਾਰਾ ਕੁਝ ਅਸੀਂ ਅਜੇ ਮੰਨ ਕੇ ਹੀ ਚੱਲ ਰਹੇ ਹਾਂ। ਬਿਲਕੁਲ ਥਾਂ ਦਾ ਜਦੋਂ ਇਨਵੈਸਟੀਗੇਸ਼ਨ ਹੋਊਗੀ ਉਦੋਂ ਪਤਾ ਚੱਲੂਗਾ ਕਿ ਕੀ ਆ, ਪਰ ਇਹ ਮੰਨ ਕੇ ਚੱਲ ਰਿਹਾ ਮੈਂ ਕਿ ਇਹ ਕ੍ਰਿਮੀਨਲ ਆਫੈਂਸ ਸੀ, ਇਸ ਲਈ ਸ਼ੀ ਇਜ਼ ਇਨਐਡਮਿਸਿਬਲ। ਜੀ। ਕ੍ਰਿਮੀਨਲ ਆਫੈਂਸ ਦੇ ਉੱਤੇ ਅਗਰ ਤੁਹਾਡੇ ਦੇ ਅਗੇਂਸਟ ਕੋਈ FIR ਦਰਜ ਨੇ ਤੁਹਾਡੇ ਆਪਣੇ ਵਤਨ ਦੇ ਵਿੱਚ ਜਾਂ ਕਿਸੇ ਵੀ ਦੁਨੀਆ ਦੀ ਧਰਤੀ ਦੇ ਉੱਤੇ, ਤੇ ਤੁਹਾਨੂੰ ਉਸ ਜਗ੍ਹਾ ਦੇ ਉੱਤੇ ਦੀ ਪੁਲਿਸ ਕਲੀਅਰੈਂਸ ਨਹੀਂ ਮਿਲਦੀ ਪਈ, ਤੁਹਾਨੂੰ PR ਨਹੀਂ ਮਿਲੇਗੀ। ਉਨੀ ਦੇਰ ਤੱਕ PR ਨਹੀਂ ਮਿਲ ਸਕਦੀ ਜਦ ਤੱਕ ਯੂ ਡੋਂਟ ਹੈਵ ਯੂਰ ਕਲੀਨ ਪੁਲਿਸ ਕਲੀਅਰੈਂਸ। ਜੀ। ਐਂਡ ਤੁਹਾਨੂੰ ਵੀ ਉਸ ਸਿਸਟਮ ਦਾ ਬਹੁਤ ਜ਼ਿਆਦਾ ਤਜਰਬਾ ਆ ਤੇ ਥੋੜਾ ਬਹੁਤ ਮੈਨੂੰ ਵੀ ਹੈਗਾ ਕਿ ਅਗਰ ਉੱਥੇ FIR ਦਰਜ ਹੋ ਗਈ, ਅਗਰ ਉਹ ਕੋਰਟ 'ਚ ਮੁੱਦਾ ਜਾ ਰਿਹਾ ਆ, ਅਗਰ ਕੋਰਟ 'ਚ ਜਾਂਦਾ ਤਾਂ ਇਟਸ ਗੋਨਾ ਟੇਕ ਲੌਂਗ ਟਾਈਮ ਐਜ਼ ਵੈਲ। ਹਾਂਜੀ ਹਾਂ ਬਿਲਕੁਲ। ਹੁਣ ਈਵਨ ਇਨ ਇੰਡੀਆ ਵਾਟਸ ਗੋਨਾ ਹੈਪਨ, FIR ਦਰਜ ਹੋਈ, that accused has two options. ਜੀ। One option is ਕਿ ਕੋਰਟ ਉਹਨੂੰ ਕਹੇ ਕਿ ਪੇਸ਼ ਹੋ, ਉਹ ਪੇਸ਼ ਹੋਵੇ। ਅਗਰ ਉਹ ਪੇਸ਼ ਨਹੀਂ ਹੋ ਰਿਹਾ ਤੇ ਉਹਨੂੰ PO ਡਿਕਲੇਅਰ ਕਰ ਦਿੱਤਾ ਜਾਵੇ, ਭਗੌੜਾ। ਹਾਂਜੀ। Right, so that's the options that side of the party has. So ਇੱਥੇ ਜਿਹੜਾ ਪਹਿਲੀ ਗੱਲ ਤਾਂ ਇੱਥੇ ਆਪਣੀ ਗੱਲ ਕਲੀਅਰ ਹੋਈ ਕਿ ਡੈਪੂਟੇਸ਼ਨ ਦਾ ਕੀ ਪ੍ਰੋਸੈਸ ਆ ਤੇ ਡੈਪੂਟੇਸ਼ਨ ਕਿਵੇਂ ਹੋ ਸਕਦੀ ਆ। ਐਂਡ ਲਾਈਕ ਅਗਰ ਇਸਦਾ ਹੁਣ ਪੁੱਠੀ ਸਾਈਡ ਦੇਖਦੇ ਆ ਕਿ ਅਗਰ ਇਹ ਸੇਮ ਕ੍ਰਾਈਮ ਜੀ ਕੈਨੇਡਾ ਦੇ ਵਿੱਚ ਹੋਇਆ ਹੁੰਦਾ ਤੇ ਕੋਈ ਟੈਂਪਰੇਰੀ ਪਰਮਿਟ ਦੇ ਉੱਤੇ ਹੁੰਦਾ, ਫਿਰ ਵਿਦਿਨ ਡੇਜ਼, ਵਿਦਿਨ ਵੀਕਸ, ਵਿਦਿਨ ਮੰਥਸ ਡੈਪੂਟੇਸ਼ਨ ਪੋਸੀਬਲ ਹੋਣੀ ਸੀਗੀ।
ठीक है a crime outside Canada, yeah. So it's जी। going to be much longer than a normal deportation process. That's one thing. ठीक Second thing is कि marriage of convenience की है जी ਇਹਦੇ ਨਾਲ ਜੁੜਿਆ ਮੁੱਦਾ ਆ ਹਿੰਦੁਸਤਾਨ ਦੇ ਕੰਟਰੈਕਟ ਲਾਅ ਦੇ ਅੰਦਰ ਤੇ ਕੈਨੇਡੀਅਨ ਲਾਅ ਦੇ ਵਿੱਚ जी ਕਿਤੇ ਵੀ ਮੈਰਿਜ ਐਜ਼ ਅ ਕੰਟਰੈਕਟ ਨਹੀਂ ਹੈਗੀ बिल्कुल ਮੈਰਿਜ ਇਜ਼ ਨਾਟ ਅ ਬਿਜ਼ਨਸ ਮੈਰਿਜ ਬਿਲਕੁਲ। ਇਜ਼ ਨਾਟ ਕੰਸੀਡਰਡ ਐਜ਼ ਅ ਬਿਜ਼ਨਸ ਡੀਲ जी ਅਗਰ ਉਹ ਬਿਜ਼ਨਸ ਡੀਲ ਨਹੀਂ ਹੈਗੀ ਤੇ ਉਸ ਦੇ ਉੱਤੇ ਕੰਟਰੈਕਟ ਲਾਅ ਵੀ ਲਾਗੂ ਨਹੀਂ ਹੁੰਦਾ हाँ जी हाँ बिल्कुल ਸੋ ਅਗਰ ਤੁਸੀਂ ਮੰਨ ਲਓ ਮੈਂ ਮੇਰੀ ਮੈਰਿਜ ਹੋਈ ਹੈਗੀ ਹੈ ਤੇ ਮੈਂ ਆਪਣੀ ਵਾਈਫ ਦੀ ਪੜ੍ਹਾਈ ਦੇ ਉੱਤੇ ਪੈਸਾ ਖਰਚ ਰਿਹਾ ਆ जी it doesn't fall under the contract law बिल्कुल ਮੇਰਾ ਅਧਿਕਾਰ ਆ ਮੈਂ ਆਪਣੀ ਜੀ। ਵਾਈਫ ਤੇ ਪੈਸਾ ਖਰਚ ਰਿਹਾ ਆ ਮੈਂ ਕਿਸੇ ਨੂੰ I cannot say ਕਿ ਹਾਂ ਮੇਰੇ ਨਾਲ ਧੋਖਾ ਹੋ ਗਿਆ ਕਿਉਂਕਿ ਮੈਂ ਆਪਣੀ ਵਾਈਫ ਨਾਲ ਦੇ ਉੱਤੇ ਪੈਸਾ ਖਰਚਿਆ ਤੇ ਕੱਲ ਨੂੰ ਉਹ ਮੈਨੂੰ ਡਾਈਵੋਰਸ ਦੇਗੀ ਆ जी that's fine nothing wrong as per law हाँ बिल्कुल तुसी ठीक कह रहे हो ਸੋ ਜਿਹੜੀ ਮੈਰਿਜ ਆਫ ਕਨਵੀਨੀਅੰਸ ਆ ਉਹ ਹੈਗਾ ਆ ਕਿ ਮੈਂ ਇੱਕ ਸੌਦਾ ਕਰ ਰਿਹਾ जी ਇਹ ਜਿਹੜੀ ਮੈਰਿਜ ਹੈ ਇਟਸ ਨਾਟ ਅ ਜੈਨੂਇਨ ਮੈਰਿਜ जी ਮੇਰਾ ਏਜੰਡਾ is to reach Canada and जी। to reach Canada I have used a illegal method that is जी। marriage of convenience marriage of convenience is illegal method जी Canadian law doesn't allow a marriage of convenience relationship for the permanent residency and stuff the relation for your marriage needs to be genuine जी। marriage honi chahiye you need to prove that this relationship is genuine जी ਔਰ ਅਗਰ ਤੁਸੀਂ ਸਰਕਾਰ ਨਾਲ ਕੈਨੇਡਾ ਦੀ ਸਰਕਾਰ ਨਾਲ ਧੋਖਾ ਕਰ ਰਹੇ ਹੋ ਤੁਸੀਂ जी ਫਰਾਡ ਕਰ ਰਹੇ ਹੋ ਇੱਕ ਮੈਰਿਜ ਦੇ ਨਾਂ ਦੇ ਉੱਤੇ ਤੇ ਜਿਸ ਦਿਨ ਫੜੇ ਜਾਓਗੇ ਇਸ misrepresentation as well so marriage जी। of convenience and misrepresentation they go hand in hand जी ਇਸ ਦੇ ਉੱਤੇ ਜਿਹੜੀ ਤੀਸਰੀ ਗੱਲ ਆ ਦੇਖੋ ਇਹ ਗੱਲਾਂ ਨਾ ਜਿਹੜੀਆਂ ਮੈਂ ਕਹਿ ਰਿਹਾ ਆ ਅਗਰ ਮੇਰੇ ਤੋਂ ਕੋਈ ਪਰਸਨਲੀ ਪੁੱਛੇ ਕਿ ਹਾਂ ਇਹਨਾਂ ਚੀਜ਼ਾਂ ਨਾਲ ਮੈਂ ਸਹਿਮਤ ਹੈਗਾ ਬਿਲਕੁਲ ਨਹੀਂ ਕਿਸੇ ਬੰਦੇ ਦੀ ਜਾਨ ਗਈ ਹੈਗੀ ਔਰ ਬੰਦੇ ਨੂੰ ਦੁੱਖ ਹੋਇਆ ਆ ਮੈਰਿਜ ਆਫ ਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਕਿਸੇ ਨਾਲ बिल्कुल नहीं ਨਹੀਂ ਹੋਣਾ ਚਾਹੀਦਾ I हाँ do जी understand as an ਇਨਸਾਨ I can understand that but being a licensed immigration consultant ਮੈਂ ਉਹ ਗੱਲਾਂ ਨਹੀਂ ਕਰ ਸਕਦਾ ਜਿਹੜਾ ਹਰੇਕ ਬੰਦਾ ਚੱਕ ਕੇ ਨਾਮ ਹੈ ਸੋਸ਼ਲ ਮੀਡੀਆ ਦੇ ਉੱਤੇ ਵਿਦਆਊਟ ਲਾਅ ਦੀ ਨੌਲੇਜ ਉਹ ਜਿਹੜੀਆਂ ਗੱਲਾਂ ਕਰ ਰਿਹਾ ਆ बिल्कुल ethically my job is to educate people so that they know कि legally ਕੀ grounds ਹੈਗੇ ਨੇ जी ਕਿ ਕੋਈ ਬੰਦਾ ਜਿਹੜਾ ਸਪਾਂਸਰਰ ਹੁੰਦਾ ਆ जी ਪਹਿਲੀ ਗੱਲ ਤਾਂ ਜਿਹੜੀ ਸਪਾਊਸਲ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਹੁੰਦੀ ਆ ਉਹ ਸਪਾਂਸਰਸ਼ਿਪ ਐਪਲੀਕੇਸ਼ਨ ਹੀ ਨਹੀਂ ਹੁੰਦੀ ਹੈਗੀ ठीक है जी ਪਰ ਚਲੋ ਸਪਾਂਸਰਸ਼ਿਪ ਐਪਲੀਕੇਸ਼ਨਸ ਆਪਾਂ ਮੰਨ ਲੈਂਦੇ ਕਿਉਂਕਿ ਆਮ ਭਾਸ਼ਾ ਦੇ ਨੂੰ ਵਰਤਿਆ ਜਾ ਰਿਹਾ ਸੋ ਆਪਾਂ हाँ ਮੰਨ जी हाँ ਸਪਾਂਸਰ ਹੈ जी ਸੋ ਸਪਾਂਸਰ ਦੇ ਕੇਸ ਦੇ ਵਿੱਚ ਵੀ no one is forced जी you need to call your spouse to Canada ਇਹ ਮੇਰਾ ਅਧਿਕਾਰ ਆ जी ਅਗਰ ਮੈਂ ਆਪਣੀ ਵਾਈਫ ਨੂੰ ਇੰਡੀਆ ਤੋਂ ਸਪਾਂਸਰ ਕਰਨਾ ਆ ਮੇਰਾ ਅਧਿਕਾਰ ਹੈ ਕਿ ਮੈਂ ਉਹਨੂੰ ਸਪਾਂਸਰ ਕਰਨਾ ਹੈ ਕਿ ਨਹੀਂ ਕਰਨਾ ਪਰ ਅਗਰ ਜੈਨੂਇਨ ਮੈਰਿਜ ਆ ਤੇ ਮੈਂ ਜ਼ਰੂਰ ਸਪਾਂਸਰ ਕਰੂੰਗਾ जी ਸੋ ਇੱਥੇ ਇੱਕ ਬਹੁਤ ਹੀ ਸਮੂਥ ਲਾਈਨ ਆ ਜਿਹਨੂੰ ਸਮਝਣ ਦੀ ਲੋੜ ਹੈਗੀ ਹੈ जी ਸਪਾਂਸਰਸ਼ਿਪ ਜਿਹੜੀ ਆ ਉਹ ਜਿਹੜਾ ਪ੍ਰੋਸੈਸ ਹੈਗਾ ਆ ਆਫ ਕੋਰਸ ਜੈਨੂਇਨ ਮੈਰਿਜ ਨਾਲ ਰਿਲੇਟਡ ਆ ਤੁਹਾਨੂੰ ਐਵੀਡੈਂਸਸ ਦੇਣੇ ਪੈਂਦੇ ਹੈਗੇ ਆ ਸਪਾਂਸਰਸ਼ਿਪ ਜਿਹੜੀ ਹੈਗੀ ਆ ਅਗਰ ਜੈਨੂਇਨ ਮੈਰਿਜ ਹੋਏਗੀ ਤਾਂ ਹਰੇਕ ਬੰਦਾ ਹੀ ਕਰੇਗਾ जी ਅਗਰ ਜੈਨੂਇਨ ਮੈਰਿਜ ਨਹੀਂ ਹੋਏਗੀ ਤਾਂ ਕੋਈ ਵਿਰਲੇ ਹੀ ਕੋਈ ਸਟੋਰੀ ਹੋ ਸਕਦੀ ਹੈ ਜਿਸ ਜੈਨੂਇਨ ਮੈਰਿਜ ਵੀ ਹੋਵੇ ਤੇ ਸਪਾਂਸਰਸ਼ਿਪ ਨਾ ਹੋਵੇ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਪਰ ਬਾਏ ਲਾਅ ਤੁਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਕਿ ਤੁਹਾਨੂੰ ਜੀ। ਸਪਾਂਸਰ ਕੀਤਾ ਜਾਵੇ ਇਹ ਜੀ। ਤਿੰਨ ਚਾਰ ਜਿਹੜੇ ਪੁਆਇੰਟਸ ਨੇ ਬਹੁਤ ਇੰਪੋਰਟੈਂਟ ਨੇ ਔਰ ਇਹਨਾਂ ਨੂੰ ਵਿਸਥਾਰ ਸਮਝਾਉਣ ਵਾਸਤੇ ਅਸੀਂ ਜਿਹੜਾ ਸ਼ਨੀਵਾਰ ਦਾ ਵੈਬਿਨਾਰ ਆ ਉਹ ਹੈ ਜੀ। ਵੀ ਇਸ ਮੁੱਦੇ ਦੇ ਉੱਤੇ ਆ ਕਿ ਇਹਨਾਂ ਦੇ ਉੱਤੇ ਲੀਗਲ ਪਰਸਪੈਕਟਿਵਸ ਕੀ ਨੇ ਇਹਨਾਂ ਸਾਰਿਆਂ ਦੇ ਨਾਲ ਨਾਲ ਜਿਹੜੀ ਮੇਜਰ ਚੀਜ਼ ਹੈਗੀ ਆ ਕਿ ਪਿਛਲੇ ਸਮਿਆਂ ਦੇ ਵਿੱਚ PR ਸਿਟੀਜ਼ਨਸ ਜਾਂਦੇ ਸੀਗੇ ਪੰਜਾਬ ਦੇ ਵਿੱਚ ਮੈਰਿਜ ਦੇ ਨਾਂ ਤੇ ਧੋਖੇ ਹੁੰਦੇ ਰਹੇ ਹੈਗੇ हाँ बिल्कुल ਹੁਣ ਇੱਕ ਨਵਾਂ ਟ੍ਰੈਂਡ ਸਟਾਰਟ ਹੋ ਗਿਆ ਪਿਛਲੇ ਕੁਝ ਸਾਲਾਂ ਤੋਂ ਸਾਲ ਡੇਢ ਸਾਲ 2 ਸਾਲ ਤੋਂ ਜਿਸ ਦੇ ਵਿੱਚ ਸਟੂਡੈਂਟਸ ਝੂਠੀਆਂ ਮੈਰਿਜਸ ਕਰਕੇ ਆ ਰਹੇ ਨੇ ਆਲਦੋ ਕਿ ਜੀ। ਕਈ ਮੈਰਿਜਸ ਇਦਾਂ ਵੀ ਸੁਣਨ ਨੂੰ ਆਈਆਂ ਜਿਹੜੀਆਂ ਸੱਚੀਆਂ ਮੈਰਿਜਸ ਨੇ ਜਿਨ੍ਹਾਂ ਦੇ ਬੱਚੇ ਵੀ ਨੇ ਉਹਨਾਂ ਨਾਲ ਇਹ ਸਾਰਾ ਕੁਝ ਹੋਇਆ ਸੋ ਇਹ ਸਾਰੀ ਇੱਕ ਦੁਖਦਾਈ ਘਟਨਾਵਾਂ ਨੇ ਜੀ। ਔਰ ਰੀਜ਼ਨ ਕਿ ਮੈਂ ਡੈਪੂਟੇਸ਼ਨ ਤੇ ਇਹਨਾਂ ਸਾਰਿਆਂ ਰਸਤਾ ਕਿਉਂ ਦੱਸ ਰਿਹਾ ਆ ਕਿ ਜਿਹੜੇ ਬੰਦਿਆਂ ਨਾਲ ਆਲਰੇਡੀ ਧੱਕੇ ਹੋ ਚੁੱਕੇ ਨੇ जी ਉਹਨਾਂ ਨੂੰ ਤੁਸੀਂ ਝੂਠ ਬੋਲ ਕੇ ਕਹੋਗੇ ਨਾ ਭਾਈ ਹਫਤੇ ਦਾ ਪ੍ਰੋਸੈਸ ਆ 10 ਦਿਨ ਦਾ ਪ੍ਰੋਸੈਸ ਆ ਉਹਨਾਂ ਨੂੰ ਆਲਰੇਡੀ ਹੋਇਆ ਉਹ ਇੰਨੇ ਇੱਕ ਡਿਸਹਾਰਟਨ ਹੋਣਗੇ
ਕਿ ਸਾਨੂੰ ਇਹੋ ਜਿਹੀਆਂ ਸਟੋਰੀਜ਼ ਹੋਰ ਮਿਲਣਗੀਆਂ। ਇਨ ਫੈਕਟ ਉਹਨਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਮਿੱਤਰਾ ਇਟਸ ਅ ਲੌਂਗ ਪ੍ਰੋਸੈਸ ਬਟ ਯੂ ਸ਼ੁਡ ਫਾਈਟ ਇਟ। ਜੀ ਉਹਨੂੰ ਲੜਾਈ ਲੜੋ, ਪਰ ਹਾਂ ਇਹ ਮੰਨ ਕੇ ਲੜੋ ਕਿ ਇਹ ਲੰਬਾ ਪ੍ਰੋਸੈਸ ਆ। ਔਰ ਜਿਨ੍ਹਾਂ ਨੂੰ ਧੋਖਾ ਹੋਇਆ ਉਹ ਉਸ ਚੀਜ਼ ਨੂੰ ਸਮਝਣਗੇ ਕਿ ਠੀਕ ਆ ਆਪਣਾ ਲੰਬਾ ਪ੍ਰੋਸੈਸ ਆ, ਪਰ ਆਪਾਂ ਇਹ ਲੜਾਈ ਲੜਨੀ ਹੈ। ਇੰਸਟੈਂਟ ਕਿ ਤੁਸੀਂ ਉਹ ਬੰਦੇ ਨੂੰ ਕਹਿ ਦੋ ਕਿ ਹਾਂ 20 ਦਿਨ ਚ ਭਰਾਵਾ ਉਹ ਜਿੰਨੇ ਤੇਰੇ ਨਾਲ ਧੋਖਾ ਕੀਤਾ ਉਹਨੂੰ ਡਿਪੋਰਟ ਕਰ ਦਿੱਤਾ ਜਾਊਗਾ, 20 ਦਿਨ ਬਾਅਦ ਕੀ ਕਹੋਗੇ ਉਹਨੂੰ? ਜੀ ਸੋ ਇਹ ਫੈਕਟਸ ਨੇ ਕੁਝ। ਇਹਨਾਂ ਦੇ ਨਾਲ ਹੀ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰਵਾਂ ਕਿ ਇਹ ਸਾਰੀਆਂ ਸਟੋਰੀਜ਼ ਨਾਲ ਸਪਾਊਸਲ ਓਪਨ ਵਰਕ ਪਰਮਿਟ ਦੇ ਉੱਤੇ ਬਹੁਤ ਵੱਡੇ ਮੈਨੇ ਦੇ ਉੱਤੇ ਰਿਫਿਊਜ਼ਲਸ ਆਉਣਗੀਆਂ। ਅਗਰ ਤੁਹਾਡਾ ਫਾਈਲ ਜੈਨੂਇਨ ਆ, ਅਗਰ ਤੁਹਾਡਾ ਰਿਲੇਸ਼ਨਸ਼ਿਪ ਜੈਨੂਇਨ ਆ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਸਾਨੂੰ ਕੰਟੈਕਟ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ। ਔਰ ਅਗਰ ਤੁਹਾਡੀ ਮੈਰਿਜ ਜੈਨੂਇਨ ਨਹੀਂ ਆ ਤੇ ਰੱਬ ਦਾ ਵਾਸਤਾ ਆਪਣੀ ਫਾਈਲ ਅੱਜ ਹੀ ਵਿਡਰਾ ਕਰੋ, 5-5 ਸਾਲ ਦੇ ਬੈਨ ਤੋਂ ਬਚ ਜੂਗੇ। ਠੀਕ ਸੰਦੀਪ ਜੀ, ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਲਾਅ ਇੱਥੇ ਜਿਹੜੇ ਫਰਾਡ ਕੰਸਲਟੈਂਟ ਨੇ, ਠੱਗ ਕੰਸਲਟੈਂਟ ਨੇ, ਉਹ ਇਹੀ ਗੱਲਾਂ ਉਹਨਾਂ ਨੂੰ ਕਹਿ ਰਹੇ ਨੇ ਕਿ ਜੀ ਮਹੀਨੇ 'ਚ ਆ ਜਾਣੇ, ਆਪਾਂ ਡਿਪੋਰਟ ਹੋ ਜਾਣਗੇ, ਆਪਾਂ ਫਾਈਲ ਲਾਤੀ। ਪਰ ਸਭ ਤੋਂ ਪਹਿਲਾ ਸਟੈਪ ਜਿਹੜਾ ਤੁਸੀਂ ਗੱਲ ਕਹੀ ਹੈ ਕਿ ਸਭ ਤੋਂ ਪਹਿਲਾ ਸਟੈਪ ਤਾਂ ਇੱਥੇ FIR ਰਜਿਸਟਰ ਹੋਣੀ ਪੰਜਾਬ ਦੇ ਵਿੱਚ, ਫਿਰ ਉਹਦੀ ਇਨਵੈਸਟੀਗੇਸ਼ਨ ਹੋਣੀ। ਇਨਵੈਸਟੀਗੇਸ਼ਨ ਤੋਂ ਬਾਅਦ ਉਸ ਦਾ ਮਿਨਿਸਟਰੀ ਆਫ ਫੋਰਨ ਅਫੇਅਰਸ ਨੂੰ ਜਾਣਾ, ਫਿਰ ਉਸ ਤੋਂ ਬਾਅਦ ਕੈਨੇਡਾ ਜਾਣਾ। ਇਹ ਘੱਟੋ ਘੱਟ ਨਹੀਂ ਤਾਂ 6 ਮਹੀਨੇ ਤੋਂ 1 ਸਾਲ ਦਾ ਪ੍ਰੋਸੈਸ ਹੈ, ਔਰ ਉਸ ਤੋਂ ਘੱਟ ਇਹ ਡਿਪੋਰਟ ਨਹੀਂ ਹੋ ਸਕਦੇ ਬੰਦੇ। ਔਰ ਕਿੰਨੇ ਹੋ ਸਕਦੇ ਨੇ, ਇਹ ਵੀ ਬਹੁਤ ਵੱਡਾ ਇੱਕ ਸਵਾਲ ਹੈ। ਤੇ ਇਹ ਤੁਸੀਂ ਬਿਲਕੁਲ ਠੀਕ ਸਲਾਹ ਦਿੱਤੀ ਹੈ ਕਿ ਜਿਨ੍ਹਾਂ ਨੇ ਆਪਣੀਆਂ ਫਾਈਲਸ ਲਾਤੀਆਂ ਨੇ ਔਰ ਉਹ ਮੈਰਿਜ ਆਫ ਕਨਵੀਨੀਅੰਸ ਦੇ ਥੱਲੇ ਆ ਰਹੀਆਂ ਨੇ, ਉਹਨਾਂ ਨੂੰ ਇਮੀਡੀਏਟਲੀ ਵਿਡਰਾ ਕਰ ਲੈਣੀਆਂ ਚਾਹੀਦੀਆਂ ਨੇ। ਤੇ ਸੰਦੀਪ ਜੀ, ਜਿਹੜੇ ਬੰਦੇ ਹੁਣ ਕਹਿ ਰਹੇ ਨੇ ਜੀ ਅਸੀਂ 25 ਲੱਖ ਲਾਇਆ ਜਾਂ 50 ਲੱਖ ਲਾਇਆ ਹੈ, ਉਹਨਾਂ ਨੂੰ ਤੁਸੀਂ ਕੀ ਸਲਾਹ ਦਿੰਦੇ ਹੋ? ਉਹ ਕੀ ਕਰਨ, ਵੀ ਉਹ ਕੀ ਪ੍ਰੋਸੀਜਰ ਅਪਣਾਉਣ? ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਸਿੱਧੇ ਰਾਹ ਪਾਉਣਾ ਬਹੁਤ ਜ਼ਰੂਰੀ ਹੈ। ਸੋ ਪਹਿਲੀ ਗੱਲ ਤਾਂ ਮੈਂ ਬਾਰ-ਬਾਰ ਇੱਕ ਗੱਲ ਕਹਿੰਦਾ ਹੁੰਦਾ ਕਿ 25 ਲੱਖ ਜਾਂ 50 ਲੱਖ ਲਾਇਆ, that is very unfortunate ਕਿ ਤੁਹਾਡੇ ਨਾਲ ਧੋਖਾ ਹੋਇਆ। ਬਟ ਇਸ ਗੱਲ ਨੂੰ ਤੁਹਾਨੂੰ ਵੀ ਸਮਝਣਾ ਪਏਗਾ ਕਿ ਇਟ ਵਾਸ ਅ ਇਲੀਗਲ ਐਕਟੀਵਿਟੀ ਬਾਈ ਯੂ, ਜਿਹੜਾ ਤੁਸੀਂ ਦੋਨੋਂ ਪਾਰਟੀਜ਼ ਵੱਲੋਂ ਇਲੀਗਲ ਐਕਟੀਵਿਟੀ ਬਿਕਾਜ਼ ਆਫ ਦਾ ਮੈਰਿਜ ਆਫ ਕਨਵੀਨੀਅੰਸ। ਸੋ ਇਹ ਕੈਨੇਡੀਅਨ ਲਾਅ ਪਰਮਿਟ ਨਹੀਂ ਕਰਦਾ। ਜਿੱਥੇ ਤੱਕ ਦੂਸਰੀ ਗੱਲ ਹੈਗੀ ਆ ਕਿ ਉਹਨਾਂ ਨੂੰ ਸਲਾਹ ਕੀ ਹੈਗੀ ਆ, ਮੇਰੇ ਪੰਜਾਬ ਦੇ ਸਾਰੇ ਲੋਕਾਂ ਨੂੰ ਇਹ ਸਲਾਹ ਆ ਕਿ ਆਪਾਂ ਬਾਏ ਲਾਅ ਜੋ ਸਾਨੂੰ ਲਾਅ ਪਰਮਿਟ ਕਰਦਾ ਆ ਉਹ ਕੰਮ ਕਰੀਏ, ਜੋ ਲਾਅ ਨਹੀਂ ਪਰਮਿਟ ਕਰਦਾ ਉਹ ਨਾ ਕਰੀਏ। ਹੋਰ ਅਗਰ ਲਾਅ ਸਾਨੂੰ ਮੈਰਿਜ ਆਫ ਕਨਵੀਨੀਅੰਸ ਅਫਕੋਰਸ ਨਹੀਂ ਪਰਮਿਟ ਕਰਦਾ ਤੇ ਸਾਨੂੰ ਉਹ ਨਹੀਂ ਕਰਨੀ ਚਾਹੀਦੀ, ਸਗੋਂ ਸਾਨੂੰ ਆਪਣੇ ਬੱਚਿਆਂ ਨੂੰ ਤਿਆਰ ਕਰਨਾ ਚਾਹੀਦਾ ਆ ਕਿ ਉਹ ਉਸ ਲੈਵਲ ਤੱਕ ਪਹੁੰਚਣ ਕਿ ਬੱਚੇ ਆਪਣੇ ਮੋਢਿਆਂ ਦੇ ਉੱਤੇ ਭਾਰ ਧਰ ਕੇ ਕੈਨੇਡਾ ਪਹੁੰਚ ਸਕਣ। ਜਦੋਂ ਆਪਾਂ ਇਹੋ ਜਿਹੇ ਸਿਸਟਮ 'ਚ ਪਏ ਹਾਂ, ਜਦੋਂ ਅਸੀਂ ਆਪਣਾ ਹੀ ਪਹਿਲਾ ਬੇਬੀ ਸਟੈਪ ਹੀ ਗੱਲ ਚੱਕਿਆ ਆ ਤੇ ਉਸ ਤੋਂ ਬਾਅਦ ਅਫਕੋਰਸ ਸਾਡੇ ਨਾਲ ਵੀ ਧੋਖਾ ਹੋਇਆ, that's gonna impact us and that's gonna impact our society as well। ਕਿਉਂਕਿ ਇਹ ਪੂਰਾ ਦਾ ਪੂਰਾ ਜੋ ਸਿਸਟਮ ਵਾਪਰਦਾ ਪਿਆ ਆ, ਇਹ ਪੰਜਾਬ ਦੇ ਕਲਚਰ ਦੇ ਨਾਲ, ਪੰਜਾਬ ਦੇ ਇਤਿਹਾਸ ਨਾਲ ਮੇਲ ਨਹੀਂ ਖਾਂਦਾ ਹੈ। ਬਿਲਕੁਲ ਜੀ, ਬਿਲਕੁਲ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਹੀ ਕਿ ਪਹਿਲਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਾਂ ਕਹਿ ਲਈਏ ਪਿਛਲੇ 15-20 ਸਾਲਾਂ ਤੋਂ ਇੱਕ ਕੇਸਿਸ ਆ ਰਹੇ ਸੀ ਕਿ ਲੜਕੇ ਉੱਥੋਂ ਆਉਂਦੇ ਸੀ, ਵਿਆਹ ਕਰਦੇ ਸੀ, ਕੁੜੀ ਨੂੰ ਇੱਥੇ ਹੀ ਛੱਡ ਜਾਂਦੇ ਸੀ ਔਰ ਨਾ ਉਹਨੂੰ ਡਿਵੋਰਸ ਦਿੰਦੇ ਸੀ। ਕਈ ਵਾਰ ਬੱਚਾ ਵੀ ਹੋ ਜਾਂਦਾ ਸੀ। ਉਹ ਵਿਚਾਰੀਆਂ ਕੁੜੀਆਂ ਇੱਥੇ ਹੀ ਧੱਕੇ ਖਾਂਦੀਆਂ ਰਹਿੰਦੀਆਂ ਸੀ ਔਰ ਉਹ ਉਹਨਾਂ ਦਾ ਸਾਰਾ ਫਿਊਚਰ ਖਰਾਬ ਕਰ ਦਿੰਦੇ ਸੀਗੇ। ਉੱਥੇ ਜਾ ਕੇ ਉਹ ਇੱਕ ਨਵੀਂ ਮੈਰਿਜ ਕਰ ਲੈਂਦੇ ਸੀ ਔਰ ਆਪਣਾ ਕਨੈਕਸ਼ਨ ਤੋੜ ਲੈਂਦੇ ਸੀ। ਤੇ ਇਹੀ ਗੱਲ ਇਹਨਾਂ ਨੂੰ ਮੁੰਡਿਆਂ ਨੂੰ ਵੀ ਸਮਝਣੀ ਚਾਹੀਦੀ ਹੈ ਕਿ ਜਿਹੜਾ ਲਾਅ ਉਹਨਾਂ ਨੂੰ ਅਪਲਾਈ ਹੋ ਰਿਹਾ ਸੀ, ਉਹੀ ਲਾਅ ਇਹਨਾਂ ਨੂੰ ਵੀ ਅਪਲਾਈ ਹੋਣਾ ਹੈ ਕੁੜੀਆਂ ਨੂੰ। ਕਿ ਉੱਥੇ ਅਗਰ ਉਹ ਚਲੀਆਂ ਗਈਆਂ ਨੇ, ਉੱਥੋਂ ਜੇ ਉਹਨਾਂ ਨੇ ਇੱਕ ਐਪਲੀਕੇਸ਼ਨ ਪਾਤੀ ਕਿ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ, ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਚਾਹੇ ਕੈਨੇਡਾ ਜਾਂ ਗਵਰਨਮੈਂਟ ਆਫ ਇੰਡੀਆ ਜਾਂ ਉਹ ਮਜਬੂਰ ਕਰ ਸਕਦੀ ਹੈ ਉਸ ਨੂੰ ਕਿ ਇਸ ਬੰਦੇ ਨੂੰ ਤੁਸੀਂ ਕੈਨੇਡਾ ਬੁਲਾਓ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਇਮੋਸ਼ਨਸ ਤੋਂ ਉੱਪਰ ਉੱਠ ਕੇ ਸੋਚਣੀਆਂ ਪੈਣਗੀਆਂ। ਬੰਦਿਆਂ ਨਾਲ ਧੋਖਾ ਹੋਇਆ, ਬਿਲਕੁਲ ਤੁਸੀਂ ਸਹੀ ਗੱਲ ਕਹੀ, ਬਹੁਤ ਮਾੜੀ ਗੱਲ ਹੋਈ ਹੈ। ਲੇਕਿਨ ਲਾਅ ਨੇ ਜਿਹੜੀਆਂ ਕਿਤਾਬਾਂ 'ਚ ਲਿਖਿਆ ਹੋਇਆ ਲਾਅ ਉਹਦੇ ਮੁਤਾਬਿਕ ਹੀ ਚੱਲਣਾ ਹੈ। ਔਰ ਜਿਹੜਾ ਕੋਰਟ ਹੈ ਉਹ ਐਵੀਡੈਂਸ ਮੰਗਦਾ ਹੈ ਔਰ ਕੋਰਟ ਦੇ ਵਿੱਚ ਜਿੰਨੀ ਦੇਰ ਅਸੀਂ ਪ੍ਰੋਪਰ ਐਵੀਡੈਂਸ ਨਹੀਂ ਲਾਵਾਂਗੇ ਜਾਂ ਪ੍ਰੋਪਰਲੀ ਜਸਟੀਫਾਈ ਨਹੀਂ ਕਰਾਂਗੇ, ਐਕਸਪਲੇਨ ਨਹੀਂ ਕਰਾਂਗੇ, ਤਾਂ ਉਨੀ ਦੇਰ ਸਾਨੂੰ ਜਸਟਿਸ ਨਹੀਂ ਮਿਲ ਸਕਦਾ। ਤੇ ਸੰਦੀਪ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਵੀ ਕਿਸ ਤਰੀਕੇ ਇਹ ਜਿਹੜਾ ਡਿਪੋਰਟ ਵਾਲਾ
ਧੋਖਾ ਹੋ ਰਿਹਾ ਉਹਨਾਂ ਨਾਲ ਵੀ ਥੋੜੇ ਦਿਨਾਂ 'ਚ ਡਿਪੋਰਟ ਕਰਤਾ ਜਾਏਗਾ ਜਾਂ ਇੱਕ ਉਹਨਾਂ ਨੇ ਕੁੜੀ ਦੀ ਸ਼ਿਕਾਇਤ ਕਰਤੀ ਕੈਨੇਡੀਅਨ ਐਮਬੈਸੀ 'ਚ ਤੇ ਉਹ ਇੱਕਦਮ ਕੈਨੇਡੀਅਨ ਐਮਬੈਸੀ ਕੋਈ ਐਕਸ਼ਨ ਲੈ ਲੇਗੀ, ਉਹ ਨਹੀਂ ਹੋਣ ਜਾ ਰਿਹਾ। ਤੇ ਉਮੀਦ ਕਰਦੇ ਆ ਵੀ ਸਾਡੇ ਦਰਸ਼ਕ ਇਸ ਤੋਂ ਫਾਇਦਾ ਚੱਕਣਗੇ ਔਰ ਪ੍ਰੋਪਰ ਲੀਗਲ ਵੇ ਜਿਹੜਾ ਹੈਗਾ ਔਰ ਲੰਬੀ ਲੜਾਈ ਲਈ ਤਿਆਰ ਹੋਣਗੇ। ਤੇ ਜਿਹੜਾ ਤੁਹਾਡਾ ਸੈਚਰਡੇ ਦਾ ਵੈਬਿਨਾਰ ਹੈ ਉਹ ਕਿਸ ਮੁੱਦੇ ਤੇ ਹੋਣ ਜਾ ਰਿਹਾ ਉਹ ਸਾਡੇ ਦਰਸ਼ਕਾਂ ਨੂੰ ਦੱਸੋ। ਸੋ ਸੈਟਰਡੇ ਨੂੰ ਅਸੀਂ ਇੱਕ ਵੈਬਿਨਾਰ ਕਰਨ ਜਾ ਰਹੇ ਹਾਂ ਜਿਹੜਾ ਮੇਨ ਟੌਪਿਕ ਜਿਹੜਾ ਡੈਪੂਟੇਸ਼ਨ, ਮਿਸਰੈਪਰੈਜ਼ੈਂਟੇਸ਼ਨ ਐਂਡ ਮੈਰਿਜ ਆਫ ਕਨਵੀਨੀਅੰਸ। ਠੀਕ ਹੈ ਜੀ, ਉਹਦੇ 'ਚ ਕੋਈ ਐਡਵੋਕੇਟਸ ਨੂੰ ਵੀ ਬੁਲਾ ਰਹੇ ਹੋ ਤੁਸੀਂ? ਲੈਟਸ ਸੀ, ਵੀ ਆਰ ਸਟਿਲ ਡਿਸਕਸਿੰਗ ਔਨ ਦੈਟ। ठीक है जी, बहुत बहुत धन्यवाद संदीप जी साडे नाल जुड़े। थैंक यू जी। नेशनल बस पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।